ਖੁਦਾਵੰਦ ਯਿਸੂ ਮਸੀਹ ਦੇ ਮੁਕੱਦਸ ਜਲਾਲੀ ਤੇ ਬਾਬਰਕਤ ਨਾਂ ਦੇ ਵਿੱਚ ਮੇਰਾ ਬਾਦੀ ਨਜ਼ੀਰ ਮਸੀਹ ਦਾ ਤੇ ਮੇਰੇ ਭਾਈ ਗੋਲਡਨ ਸਾਗਰ ਦਾ ਤੁਹਾਡੀ ਖਿਦਮਤ ਦੇ ਵਿੱਚ ਸਲਾਮ ਪ੍ਰਣਾਮ। ਤੇ ਸਾਡੇ ਵਾਸਤੇ ਖੁਸ਼ੀ ਹੈ ਕਿ ਅਸੀਂ ਅੱਜ ਆਪਣੀ ਤਸੱਲੀ ਵਾਸਤੇ ਇਸ ਕਰੋਨਾ ਵਾਇਰਸ ਦੀ ਵਬਾ ਦੇ ਵਕਤ ਤੇ ਤੁਹਾਡੀ ਤਸੱਲੀ ਵਾਸਤੇ, ਤੁਹਾਡੇ ਈਮਾਨ ਵਾਸਤੇ ਤੇ ਆਪਣੇ ਈਮਾਨ ਵਾਸਤੇ ਕਲਾਮੇ ਮੁਕੱਦਸ ਦੇ ਵਿੱਚੋਂ ਇੱਕ ਯਿਸੂ ਮਸੀਹ ਦਾ ਮੋਜਜ਼ਾ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ, ਤੁਹਾਡੇ ਨਾਲ ਬਾਂਟਣਾ ਚਾਹੁੰਦੇ ਹਾਂ। ਤੇ ਆਈਏ ਅਸੀਂ ਪੜ੍ਹੀਏ। ਅਸੀਂ ਲੂਕਾ ਦੀ ਅੰਜੀਲ ਉਹਦਾ 8 ਬਾਬ ਉਹਦੀ ਅਸੀਂ 22 ਤੋਂ 25 ਆਇਤ ਪੜ੍ਹਨੀ ਹੈ। ਤੇ ਇਹ ਗੱਲ ਮਰਕਸ ਦੀ ਅੰਜੀਲ 'ਚ ਵੀ ਪਾਈ ਜਾਂਦੀ ਹੈ 4 ਬਾਬ ਦੀ 35 ਤੋਂ 41 ਆਇਤ 'ਚ। ਇਹ ਗੱਲ ਮੱਤੀ ਦੀ ਅੰਜੀਲ ਦੇ ਵਿੱਚ ਉਹਦੀ 23 ਬਾਬ ਦੀ 27 ਆਇਤ 'ਚ ਵੀ ਪਾਈ ਜਾਂਦੀ ਹੈ। ਲੇਕਿਨ ਅੱਜ ਅਸੀਂ ਜਿਹੜੀ ਪੜ੍ਹਨੀ ਹੈ ਉਹ ਅਸੀਂ ਲੂਕਾ ਦੀ ਅੰਜੀਲ ਤੇ ਉਹਦਾ 8 ਬਾਬ 22 ਤੋਂ 23 ਆਇਤ 22 ਤੋਂ 25 ਆਇਤ ਤੇ ਭਾਈ ਗੋਲਡਨ ਸਾਗਰ ਜਿਹੜੇ ਨੇ ਉਹ ਪਹਿਲਾਂ ਪੜ੍ਹਨਗੇ ਪੰਜਾਬੀ 'ਚ ਤੇ ਫਿਰ ਮੈਂ ਉਰਦੂ 'ਚ ਪੜ੍ਹਾਂਗਾ ਤੇ ਅਸੀਂ ਗੱਲਬਾਤ ਕਰਾਂਗੇ ਜੀ। ਥੈਂਕ ਯੂ ਜੀ। ਇੱਕ ਦਿਨ ਯਸ਼ੂ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਤਾਂ ਯਸ਼ੂ ਨੇ ਉਹਨਾਂ ਨੂੰ ਆਖਿਆ, ਆਓ ਇਸ ਝੀਲ ਦੇ ਪਾਰ ਚੱਲੀਏ। ਤਾਂ ਉਹ ਇੱਕ ਬੇੜੀ ਵਿੱਚ ਬੈਠੇ ਅਤੇ ਚੱਲ ਪਏ। ਜਦੋਂ ਉਹ ਬੇੜੀ ਚਲਾ ਰਹੇ ਸਨ ਤਾਂ ਯਸ਼ੂ ਸੌ ਗਿਆ। ਉੱਥੇ ਬੜਾ ਤੇਜ਼ ਤੂਫਾਨ ਆਇਆ ਅਤੇ ਪਾਣੀ ਬੇੜੀ ਵਿੱਚ ਭਰਨਾ ਸ਼ੁਰੂ ਹੋ ਗਿਆ। ਉਹ ਖਤਰੇ ਵਿੱਚ ਸਨ। ਚੇਲੇ ਯਸ਼ੂ ਕੋਲ ਗਏ, ਜਾ ਕੇ ਉਸ ਨੂੰ ਜਗਾਇਆ। ਉਹਨਾਂ ਆਖਿਆ, ਪ੍ਰਭੂ ਅਸੀਂ ਤਾਂ ਡੁੱਬ ਚੱਲੇ ਹਾਂ। ਯਸ਼ੂ ਉੱਠਿਆ ਅਤੇ ਉਹਨਾਂ ਨੂੰ ਹਵਾ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਰੁਕ ਜਾਣ ਲਈ ਕਿਹਾ। ਇੱਕਦਮ ਹਵਾ ਤੇ ਝੀਲ ਸ਼ਾਂਤ ਹੋ ਗਈ। ਫਿਰ ਯਸ਼ੂ ਨੇ ਉਹਨਾਂ ਨੂੰ ਆਖਿਆ, ਕਿੱਥੇ ਹੈ ਤੁਹਾਡਾ ਵਿਸ਼ਵਾਸ? ਚੇਲੇ ਡਰ ਗਏ ਅਤੇ ਹੈਰਾਨ ਸਨ। ਉਹਨਾਂ ਇੱਕ ਦੂਸਰੇ ਨੂੰ ਆਖਿਆ, ਇਹ ਕੌਣ ਮਨੁੱਖ ਹੈ ਜੋ ਹਵਾ ਅਤੇ ਪਾਣੀ ਨੂੰ ਵੀ ਹੁਕਮ ਦੇ ਸਕਦਾ ਹੈ? ਉਹ ਉਸ ਨੂੰ ਮੰਨਦੇ ਸਨ। ਓਕੇ ਜੀ, ਹੁਣ ਅਸੀਂ ਕਲਾਮੇ ਮੁਕੱਦਸ ਦੀ ਗੱਲ ਉਰਦੂ ਦੇ ਵਿੱਚ ਪੜ੍ਹਾਂਗੇ ਤੇ ਮੈਂ ਤੁਹਾਡੇ ਸਾਹਮਣੇ ਪੜ੍ਹਨ ਲੱਗਾ ਵਾਂ। ਇਹ ਲੂਕਾ ਦੀ ਅੰਜੀਲ 8 ਬਾਬ ਦੀ 22 ਤੋਂ 25 आयत ਦਾ कलाम मुक़द्दस लिखा है। फिर एक दिन ऐसा हुआ कि वो और उसके शिगिर्द कश्ती में सवार हुए और उसने उनसे कहा, आओ झील के पार चलें। बस वो रवाना हुए, मगर जब कश्ती चली जाती थी तो वो सो गया और झील पर बड़ी आंधी आई और कश्ती पानी से भरी जाती थी और वो खतरा में थे। उन्होंने पास आकर उसे जगाया और कहा कि साहब हम हलाक हुए जाते हैं। उसने उठकर हवा को और पानी के जोर शोर को झिड़का और दोनों थम गए और अमन हो गया। उसने उनसे कहा, तुम्हारा ईमान कहाँ है? वो डर गए और तज्जब करके आपस में कहने लगे, ये कौन है? ये तो हवा और पानी को हुक्म देता है और वो उसकी मानते हैं। खुदा उनके कलाम के पढ़े और सुने जब खुदा उनकी बरकत। आमीन जी। गोल्डन सागर साहब, ਮੈਂ ਜਦੋਂ ਪੜ੍ਹ ਰਿਹਾ ਸੀਗਾ ਨਾ ਜੀ ਪਾਸਟਰ ਜੀ ਨਜੀਰ ਜੀ, ਤੇ ਮੇਰੇ ਜ਼ਿਹਨ 'ਚ ਇੱਕ ਗੱਲ ਆਈ। ਜੀ ਜੀ। ਗੱਲ ਇਹ ਆਈ ਕਿ ਦੇਖੋ ਯਸ਼ੂ ਦੇ ਜੋ ਚੇਲੇ ਸੀ, ਪਹਿਲੀ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਉਹਨਾਂ ਦੀ ਗੱਲ ਮੰਨੀ। ਹਾਂਜੀ, ਇਹ ਬੜੀ ਅਹਿਮ ਗੱਲ ਹੈ। ਅਗਰ ਅਸੀਂ ਜਦੋਂ ਮੱਤੀ ਦੀ ਅੰਜੀਲ ਪੜ੍ਹਨੇ ਆ ਤੇ ਮਰਕਸ ਦੀ ਅੰਜੀਲ ਪੜ੍ਹਨੇ ਆ, ਸਾਨੂੰ ਪਤਾ ਲੱਗਦਾ ਕਿ ਯਿਸੂ ਮਸੀਹ ਦੇ ਨਾਲ ਇੱਕ ਵੱਡੀ ਭੀੜ ਸੀ, ਬੜੇ ਲੋਕੀ ਸਨ, ਹਨਾ। ਤੇ ਯਿਸੂ ਮਸੀਹ ਜਦੋਂ ਉਹਨੂੰ ਕਿਹਾ ਨਾ ਕਿ ਲੋਕਾਂ ਨੂੰ ਛੱਡ ਕੇ ਤੇ ਤੁਸੀਂ ਮੇਰੇ ਨਾਲ ਆਓ, ਅਸੀਂ ਕਿਸ਼ਤੀ ਚਲੀਏ, ਅਸੀਂ ਇਹਦੋਂ ਪਾਰ ਚਲੀਏ, ਤੇ ਉਹਨਾਂ ਗੱਲ ਮੰਨੀ। ਤੇ ਮੈਂ ਇੱਥੇ ਚਾਹੁੰਦਾ ਵਾਂ ਆਪਣੇ ਸਾਰੇ ਯਾਰਾਂ ਬੇਲੀਆਂ ਨੂੰ, ਸੱਜਣਾ ਨੂੰ ਜਿਹੜੇ ਸੁਣਦੇ ਨੇ ਪੈ, ਉਹ ਵੇਖਣ ਕਿ ਕਿੰਨੀ ਅਹਿਮ ਹੈ ਕਿ ਯਿਸੂ ਦੀ ਗੱਲ ਮੰਨਣਾ, ਹੈਨਾ। ਭਾਵੇਂ ਕਿੰਨੀ ਵੀ ਭੀੜ ਹੈ, ਕਿੰਨਾ ਵੀ ਰਸ਼ ਹੈ ਤੁਹਾਡੇ ਗਿਰਦ, ਲੇਕਿਨ ਯਿਸੂ ਦੀ ਗੱਲ ਮੰਨਣਾ ਬੜਾ ਅਹਿਮ ਹੈ। ਯਿਸੂ ਨੇ ਸਾਨੂੰ ਇੱਥੇ ਦੱਸਿਆ, ਸ਼ਾਗਿਰਦਾਂ ਨੇ ਸਾਨੂੰ ਪੂਰੀ ਫਾਲੋ ਕੀਤੀ। ਇੱਕ ਗੱਲ ਹੋਰ ਵਿੱਚ ਆਈ ਕਿ ਦੇਖੋ ਉਹ ਯਸ਼ੂ ਨਾਲ ਸਨ, ਉਹ ਯਸ਼ੂ ਦੇ ਨਾਲ ਸੀਗੇ ਉਸ ਦੇ ਚੇਲੇ। ਉਹ ਫਿਰ ਵੀ ਉਹਨਾਂ ਦੇ ਉੱਤੇ ਮੁਸੀਬਤ ਆ ਗਈ। ਜੀ ਵੇਖੋ, ਬੜੀ ਇਹ ਗੱਲ ਬੜੀ ਗੌਰ ਕਰਨ ਵਾਲੀ। ਵੇਖੋ ਜੀ,
ਕਿਉਂਕਿ ਅਗਰ ਅਸੀਂ ਪੜ੍ਹਨੇ ਨਾ ਦੂਜੇ ਹਵਾਲਿਆਂ ਦੇ ਵਿੱਚ ਲੱਗਦਾ ਕਿ ਦੂਜੀਆਂ ਕਸ਼ਤੀਆਂ ਵੀ ਉਸ ਚੱਲਦੀਆਂ ਨੇ ਹੈ। ਤੇ ਫਿਰ ਯਸੂ ਤੇ ਉਹਦੇ ਸ਼ਾਗਿਰਦ ਜਿਹੜੇ ਨੇ ਉਹ ਉਸ ਝੀਲ ਦੇ ਵਿੱਚ ਸਨ ਹਨਾ। ਤੇ ਝੀਲ ਦੇ ਵਿੱਚ ਤੁਗਿਆਨੀ ਆ ਗਈ, ਯਾਨੀ ਤੂਫਾਨ ਆ ਗਿਆ ਤੇ ਮੁਸੀਬਤ ਆ ਗਈ। ਤੇ ਅਗਰ ਚਾ ਕਿ ਉਹਨਾਂ ਗੱਲ ਮੰਨੀ ਤੇ ਮੁਸੀਬਤ ਤੋਂ ਉਹ ਵੀ ਘੇਰੇ ਗਏ ਹੈ। ਯਿਸੂ ਮਸੀਹ ਉੱਥੇ ਹੀ ਸੀ ਹੈਨਾ। ਯਿਸੂ ਮਸੀਹ ਕਿਸ਼ਤੀ ਦੇ ਵਿੱਚ ਹੀ ਸੀ, ਯਿਸੂ ਮਸੀਹ ਉਹਨਾਂ ਦੇ ਨਾਲ ਹੀ ਸੀ, ਸੁੱਤੇ ਸਨ। ਲੇਕਿਨ ਤੂਫਾਨ ਦੇ ਵਿੱਚ ਯਿਸੂ ਮਸੀਹ ਦੇ ਨਾਲ ਉਹਦੇ ਸ਼ਾਗਿਰਦ ਵੀ ਸਨ ਹੈਨਾ। ਤੇ ਇਹ ਗੱਲ ਤੋਂ ਘਬਰਾਣਾ ਨਹੀਂ, ਇਹ ਗੱਲ ਬੜੀ ਅਹਿਮ ਹੈ। ਮੈਂ ਚਾਹੁੰਦਾ ਮੈਂ ਦੇਖੋ ਯਿਸੂ ਮਸੀਹ ਸਾਡੇ ਨਾਲ ਹੈ, ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ। ਲੇਕਿਨ ਜਿਹੜੀ ਗੱਲ ਬੜੀ ਅਹਿਮ ਤੇ ਗੌਰ ਕਰਨ ਵਾਲੀ ਇੱਥੇ ਗੱਲ ਹੈ ਨਾ, ਉਹ ਇਹ ਵੇ ਕਿ ਜਿਹੜੇ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ ਤੇ ਯਿਸੂ ਮਸੀਹ ਦੀ ਪੈਰਵੀ ਕਰਦੇ ਨੇ, ਦੁਨੀਆ ਦੇ ਵਿੱਚ ਜਦੋਂ ਤੂਫਾਨ ਤੇ ਪ੍ਰੋਬਲਮ ਤੇ ਮਸਲੇ ਆਉਂਦੇ ਨੇ, ਜਿਵੇਂ ਕਿ ਅੱਜ ਕੱਲ੍ਹ ਕਰੋਨਾ ਵਾਇਰਸ ਦਾ ਮਸਲਾ ਆ ਗਿਆ ਹੈ, ਠੀਕ ਹੈ ਜੀ। ਕਰੋਨਾ ਵਾਇਰਸ ਦਾ ਮਸਲਾ ਆ ਗਿਆ ਤਾਂ ਬਹੁਤ ਵੱਡਾ ਮਸਲਾ ਤੇ ਪੂਰੀ ਦੁਨੀਆ ਦੀ ਇਹਦੇ ਵਿੱਚ ਇਨਵੋਲਵ ਹੋ ਗਈ ਹੈ ਤੇ ਡਰ ਰਹੀ ਹੈ, ਖੌਫ ਵਿੱਚ ਹੈ। ਤੇ ਸਾਨੂੰ ਇਹ ਗੱਲ ਯਾਦ ਰੱਖਣਾ ਚਾਹੀਦਾ ਕਿ ਇਹ ਮੁਸੀਬਤਾਂ ਆਉਣੀਆਂ ਨੇ ਤੇ ਆਉਂਦੀਆਂ ਨੇ ਪਈਆਂ, ਲੇਕਿਨ ਸਾਨੂੰ ਈਮਾਨ ਤੇ ਮਜ਼ਬੂਤ ਰਹਿਣਾ ਚਾਹੀਦਾ ਹੈ। ਯਿਸੂ ਮਸੀਹ ਸਾਡੇ ਨਾਲ ਹੈ, ਇਹ ਬੜੀ ਅਹਿਮ ਗੱਲ ਹੈ। ਬਾਈ ਗੋਲਡਨ ਸਾਗਰ ਵੇਖਿਆ ਤੁਸੀਂ ਕਿ ਲਿਆ ਕਿ ਯਿਸੂ ਮਸੀਹ ਉਹਨਾਂ ਨਾਲ ਸੀ, ਫਿਰ ਵੀ ਤੂਫਾਨ ਆ ਗਿਆ। ਦੇਖੋ ਮੈਂ ਹਿੰਟ ਦੇ ਗਿਆ ਸੀਗਾ ਕਿ ਤੇ ਉਹਨਾਂ ਨੇ ਜਾ ਕੇ ਫਿਰ ਉਹਨਾਂ ਨੇ ਲਿਖਿਆ ਜੀ ਕਿ ਫਿਰ ਉਹਨਾਂ ਨੇ ਆਖਿਆ ਕਿ ਇੱਥੇ ਤੁਹਾਡਾ ਵਿਸ਼ਵਾਸ ਕਿੱਥੇ ਗਿਆ। ਤੇ ਯਿਸੂ ਮਸੀਹ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਵਿਸ਼ਵਾਸ ਕਿੱਥੇ ਗਿਆ ਨਾ। ਤੇ ਉਹ ਚੀਜ਼ ਮੈਂ ਬੜਾ ਠੀਕ ਹੈ, ਤੁਸੀਂ ਗੱਲ ਬੜੀ ਠੀਕ ਕੀਤੀ। ਲੇਕਿਨ ਮੈਂ ਇੱਕ ਚੀਜ਼ ਹੋਰ ਗੱਲ ਕਰਨਾ, ਪਿਛਲੇ ਹਵਾਲੇ ਨਾਲ ਗੱਲ ਕੀਤੀ ਸੀ ਨਾ। ਹਾਂਜੀ। ਤੇ ਉਹ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਕਿਹਾ ਹੈ, ਮੱਤੀ ਦੀ ਇੰਜੀਲ ਦੇ 11 ਬਾਬ ਦੀ 28 ਆਇਤ 'ਚ ਉਹਨੇ ਕਿਹਾ ਕਿ ਅਗਰ ਤੁਹਾਨੂੰ ਕੋਈ ਪਰੇਸ਼ਾਨੀ ਹੈ, ਤੁਹਾਡਾ ਕੋਈ ਬੋਝ ਹੈ, ਤੁਹਾਡਾ ਕੋਈ ਮਸਲਾ ਹੈ, ਤੇ ਫਿਰ ਤੁਸੀਂ ਕੀ ਕਰੋ, ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਇਤਮਾਨਾਨ ਦਿਆਂਗਾ ਹੈਨਾ। ਬੜੀ ਅਹਿਮ ਗੱਲ ਹੈ। ਤੇ ਇੱਥੇ ਪਰੇਸ਼ਾਨੀ ਤੇ ਫਿਰ ਉਹ ਯਿਸੂ ਮਸੀਹ ਕੋਲ ਜੁੜ ਗਿਆ। ਕਸ਼ਤੀ 'ਚ ਪਾਣੀ ਪੈਣ ਡਿਆ, ਕਸ਼ਤੀ ਡੁੱਬਣ ਡਈ ਹੈ, ਮੌਤ ਦੇ ਹਾਲਾਤ ਨੇ, ਮਰਨ ਡਿਆ ਨੇ ਹੈਨਾ। ਤੇ ਕੀ ਕੀਤਾ, ਉਹ ਯਿਸੂ ਮਸੀਹ ਕੋਲ ਟੁਰ ਗਿਆ। ਜਦੋਂ ਯਿਸੂ ਮਸੀਹ ਕੋਲ ਟੁਰ ਗਿਆ, ਯਾਨੀ ਕਿ ਉਹਨਾਂ ਯਿਸੂ ਮਸੀਹ ਦੇ ਗਿੜਿਆ ਜ਼ਾਰੀ ਕੀਤੀ, ਰੋ ਪਏ, ਚਲਾ ਉਠੇ, ਸਾਨੂੰ ਬਚਾ ਲੈ ਹੈਨਾ। ਇਹੀ ਗੱਲ ਹੋਈ ਨਾ। ਇੱਥੇ ਕੀ ਹੈ, ਉਹਨਾਂ ਜਾ ਕੇ ਯਿਸੂ ਨੂੰ ਜਗਾਇਆ। ਕੀ ਆਂਦੇ ਭਾਈ ਸਾਗਰ ਪੜੋ ਇੱਥੇ ਕੀ ਲਿਖਿਆ, ਯਿਸੂ ਨੂੰ ਜਗਾਇਆ। ਕਿੰਨੀ ਆਇਤ 'ਚ? ਇਹ 24 ਆਇਤ ਕੀ ਲਿਖਿਆ? 24 ਚ ਲਿਖਿਆ ਜੀ, ਚੇਲੇ ਯਿਸੂ ਕੋਲ ਗਏ ਅਤੇ ਜਾ ਕੇ ਉਸ ਨੂੰ ਜਗਾਇਆ। ਉਹਨਾਂ ਆਖਿਆ, ਪ੍ਰਭੂ ਅਸੀਂ ਤਾਂ ਡੁੱਬ ਚੱਲੇ ਹਾਂ। ਯਿਸੂ ਉੱਠਿਆ ਅਤੇ ਉਸ ਨੇ ਹਵਾ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਰੁਕ ਜਾਣ ਲਈ ਕਿਹਾ। ਤੇ ਫਿਰ ਕੀ ਲਿਖਿਆ? ਇੱਕਦਮ ਹਵਾ ਅਤੇ ਝੀਲ ਸ਼ਾਂਤ ਹੋ ਗਈ। ਗੌਰ ਕਰੋ ਜੀ, ਕਿਸੇ ਵੱਡੀ ਗੱਲ ਹੈ। ਲਿਖਿਆ ਕਿ ਉਹਨਾਂ ਜਾ ਕੇ ਉਹਦੇ ਅੱਗੇ ਗਿਰਿਆਜ਼ਾਰੀ ਕੀਤੀ ਤੇ ਉਹਨੂੰ ਉਠਾਇਆ। ਇਹਦਾ ਮਤਲਬ ਇਹ ਹੈ ਕਿ ਜੇ ਯਿਸੂ ਸਾਡੇ ਨਾਲ ਹੈ ਨਾ, ਫਿਰ ਵੀ ਸਾਨੂੰ ਜਾ ਕੇ ਖੁਦਾਵੰਦ ਦੇ ਅੱਗੇ ਦੁਆ ਕਰਨ ਦੀ ਜ਼ਰੂਰਤ ਹੈ, ਸਾਨੂੰ ਜਾ ਕੇ ਮਿੰਨਤ ਕਰਨ ਦੀ ਜ਼ਰੂਰਤ ਹੈ, ਸਾਨੂੰ ਜਾ ਕੇ ਖੁਦਾ ਦੇ ਅੱਗੇ ਰੋਣ ਦੀ ਜ਼ਰੂਰਤ ਹੈ। ਐ ਯਿਸੂ ਸਾਨੂੰ ਆ ਕੇ ਤੇ ਬਚਾ ਲੈ। ਐ ਯਿਸੂ ਅਸੀਂ ਈਮਾਨ ਰੱਖਨੇ ਆ, ਲੇਕਿਨ ਸਾਨੂੰ ਆ ਕੇ ਬਚਾ ਲੈ। ਤੇ ਹੈ ਕਿ ਯਿਸੂ ਮਸੀਹ ਉੱਠ ਪਿਆ ਹੈ, ਯਿਸੂ ਮਸੀਹ ਆ ਗਿਆ। ਉਹਨੂੰ ਯਾਦ ਆ ਗਿਆ ਕਿ ਮੇਰੇ ਚੇਲਿਆਂ ਨੂੰ, ਮੇਰੇ ਬੱਚਿਆਂ ਨੂੰ ਕੀ ਹੋਣ ਡਿਆ, ਡਰ ਲੱਗ ਰਿਹਾ, ਮੌਤ ਦੇ ਮਸਲੇ 'ਚ ਫਸੇ ਪਏ ਨੇ ਤੇ ਉਹ ਮੈਨੂੰ ਪੁਕਾਰਦੇ ਨੇ ਪਏ। ਤੇ ਯਿਸੂ ਨੇ ਗੱਲ ਸੁਣੀ ਹੈਨਾ। ਜਦੋਂ ਤੁਸੀਂ ਮੈਨੂੰ ਪੁਕਾਰੋਗੇ ਤੇ ਮੈਂ ਤੁਹਾਡੀ ਗੱਲ ਸੁਣਾਂਗਾ ਹੈਨਾ। ਕਲਾਮ ਹੀ ਲਿਖਿਆ ਨਾ, ਜਦੋਂ ਤੁਸੀਂ ਮੈਨੂੰ ਪੁਕਾਰੋਗੇ ਤੇ ਮੈਂ ਤੁਹਾਡੀ ਗੱਲ ਸੁਣਾਂਗਾ। ਤੇ ਯਿਸੂ ਮਸੀਹ ਨੇ ਉਹਨਾਂ ਦੀ ਗੱਲ ਸੁਣੀ। ਹੁਣ ਵੇਖੋ, ਫਿਰ ਹਵਾ ਤੇ ਪਾਣੀ ਕੀ ਨੇ? ਫਿਤਰਤ ਦੀਆਂ ਗੱਲਾਂ। ਕੀ ਨੇ? ਫਿਤਰਤ ਦੀਆਂ ਗੱਲਾਂ। ਕੀ ਆਂਦੇ ਹੋ ਸਾਗਰ ਸਾਹਿਬ ਹੈਨਾ? ਹਾਂਜੀ, ਸਹੀ। ਫਿਤਰਤ ਦੀ ਗੱਲਾਂ। ਕਿਆ ਇਨਸਾਨ ਇਹ ਤੇ ਕਾਬੂ ਪਾ ਸਕਦਾ? ਨਹੀਂ ਪਾ ਸਕਦਾ ਜੀ, ਬਿਲਕੁਲ। ਜਿਵੇਂ ਹੁਣ ਵਬਾ ਜਿਹੜੀ ਹੈ, ਇਹਦੇ ਤੇ ਇਨਸਾਨ ਬੜੀ ਕੋਸ਼ਿਸ਼ ਕਰਦਾ ਪਿਆ ਕਾਬੂ ਪਾਉਣ ਦੀ, ਦਿਨੋਂ ਦਿਨ ਵੱਧਦੀ ਪਈ। ਦੁਨੀਆ ਖੌਫੋ ਹਰਾਸਤ ਦੇ ਵਿੱਚ। ਇਹ ਕਰੋਨਾ ਵਾਇਰਸ ਨੇ ਦੁਨੀਆ ਦੇ ਵਿੱਚ ਹਜ਼ਾਰਾਂ ਦੀ ਜਾਨਾਂ ਲੈ ਲਈਆਂ ਨੇ ਤੇ ਲੋਕੀ ਬਿਮਾਰ ਹਜ਼ਾਰਾਂ ਦੀ ਤਾਦਾਦ ਵਿੱਚ ਨੇ। ਸਾਰੇ ਕੰਮ ਬੰਦ ਹੋ ਗਏ ਨੇ ਹੈਨਾ। ਸਾਰੇ ਲੋਕੀ ਘਰਾਂ 'ਚ ਬੰਦ ਹੋ ਗਏ ਨੇ। ਸਹੀ ਹੈ। ਤੇ ਖੌਫੋ ਹਰਾਸਤ ਤੇ ਮੌਤ ਦਾ ਸਮਾਂ ਹੈ। ਬਿਲਕੁਲ ਸਹੀ। ਇੰਝ ਗੱਲ ਹੈ ਨਾ। ਲੇਕਿਨ ਜਦੋਂ ਕੀ ਹੋਇਆ, ਇਹ ਇੱਕ ਫਿਤਰਤੀ ਤੌਰ ਤੇ ਜਰਾਸੀਮ ਇਨਸਾਨਾਂ ਦੀ ਗਲਤੀ ਦੀ ਵਜ੍ਹਾ ਤੋਂ ਜਦੋਂ ਆ ਗਿਆ ਹੈ ਤੇ ਹੁਣ ਫੈਲ ਗਿਆ। ਲੇਕਿਨ ਇੱਥੇ ਕੀ ਦੱਸਦੇ ਆ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਉੱਠਿਆ ਤੇ ਕੀ ਲਿਖਿਆ, ਤੁਸੀਂ ਪੜਿਆ ਕੀ ਹੈ? ਪਾਣੀ ਨੂੰ ਤੇ ਲਹਿਰਾਂ ਨੂੰ ਕੀ ਕੀਤਾ? ਉਹਨੇ ਝਿੜਕਿਆ। ਹੁਣ ਵੇਖੋ, ਗੌਰ ਕਰੋ, ਮੈਂ ਚਾਹਨਾ ਕਿ ਗੌਰ ਕਰੋ। ਇਹ ਜਿਹੜੀ ਫਿਤਰਤੀ ਵਬਾ ਹੈ, ਜਿਹੜੀ ਫੈਲ ਗਈ ਹੈ, ਜਿਹੜੀ ਛਾ ਗਈ ਹੈ, ਉਹ ਯਿਸੂ 'ਚ ਕੁਦਰਤ ਹੈ।
सागर साहब मेरे दोस्तों, मेरे हम खिदमत भाइयों जो सुनते हो पे, एक गौर करो, ਯਿਸੂ ਦੇ ਵਿੱਚ ਕੁਦਰਤ ਹੈ ਕਿ ਉਹਨੂੰ ਛਿੜਕੇ ਹੈ, ਉਹਨੂੰ ਮਨਾ ਕਰ ਦੇਵੇ ਤਾਂ ਕਿ ਯਿਸੂ ਦੀ ਆਵਾਜ਼ ਸੁਣ ਕੇ ਰੁਕ ਜਾਵੇ। ਉਹ ਯਿਸੂ ਦੇ ਵਿੱਚ ਕੁਦਰਤ ਹੈ। ਕਿਆ ਅਸੀਂ ਇਮਾਨ ਰੱਖਦੇ ਹਾਂ ਕਿ ਯਿਸੂ ਦੀ ਕੁਦਰਤ ਹੈ? ਉਹਨੇ ਕਿਹਾ ਕਿ ਅਸਮਾਨ ਤੇ ਜ਼ਮੀਨ ਦੀ ਕੁੱਲ ਕੀ ਹੈ ਇਖਤਿਆਰ ਮੈਨੂੰ ਦਿੱਤਾ ਗਿਆ। ਫਿਰ ਉਹਨੇ ਇਹ ਕਿਹਾ ਕਿ ਜਦੋਂ ਬਿਮਾਰੀ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਫਾਲਜ, ਉਹਦੇ ਕੋਲ ਲੈ ਆ ਗਿਆ ਕਿ ਤੇਰੇ ਗੁਨਾਹ ਮਾਫ ਹੋਏ ਤਾਂ ਆਪਣੀ ਚਾਰ ਪੇ ਉਠਾ ਦੇ ਚੱਲ। ਫਿਰ ਜਦੋਂ ਔਰਤ ਨੂੰ 12 ਸਾਲ ਤੋਂ ਖੂਨ ਜਾਰੀ ਹੈ ਤੇ ਉਹਨੇ ਛੁਪਕੇ ਨਾਲ ਹੀ ਛੂ ਲਿਆ ਦਾ ਪੱਲਾ, ਤੇ ਕੀ ਹੋਇਆ? ਉਹ ਸਹੀ ਰਾਮ ਪਾ ਗਈ। ਉਹਨੇ ਇਮਾਨ ਰੱਖਿਆ ਸੀ ਨਾ, ਤੇ ਯਿਸੂ ਮਸੀਹ ਦੇ ਕੋਲ ਆਈ ਹੈ ਨਾ। ਫਿਰ ਜਦੋਂ ਕੋੜੀ ਯਿਸੂ ਮਸੀਹ ਨੂੰ ਪੁਕਾਰਦੇ ਨੇ ਤੇ ਕਹਿੰਦੇ ਨੇ ਐ ਇਬਨੇ ਦਾਊਦ, ਐ ਇਬਨੇ ਦਾਊਦ ਮੇਰੇ ਤੇ ਤਰਸ ਖਾ, ਮੈਨੂੰ ਸ਼ਫਾ ਦੇ, ਤੇ ਯਿਸੂ ਨੇ ਸ਼ਫਾ ਦੇ ਦਿੱਤੀ ਹੈ ਨਾ। ਜਦੋਂ ਹਰ ਤਰ੍ਹਾਂ ਦੀ ਬਿਮਾਰੀ ਹੱਥ ਦੇ ਜਿਹੜੇ ਸਨ ਸੁੱਕਿਆ ਬੰਦਾ ਜਦੋਂ ਯਿਸੂ ਮਸੀਹ ਕੋਲ ਤੇ ਸ਼ਫਾ ਪਾ ਗਿਆ। ਜਦੋਂ ਕਹਿਣ ਦੀ ਗੱਲ ਇਹ ਕਿ ਜਦੋਂ ਸਾਰੀਆਂ ਬਿਮਾਰੀਆਂ ਯਿਸੂ ਦੇ ਕਹਿਣ ਨਾਲ ਟੁਰ ਜਾਂਦੀਆਂ ਨੇ, ਸ਼ਿਫਾ ਦੇ ਦਿੰਦੀਆਂ ਨੇ, ਤੇ ਫਿਰ ਸਾਨੂੰ ਵੀ ਗੱਲ ਇੱਕ ਮੰਨਣੀ ਹੈ ਕਿ ਯਿਸੂ ਦੇ ਕੋਲ ਆ ਕੇ ਕਰਾਈਏ, ਰੋਈਏ ਹੈ ਨਾ, ਚਲਾਈਏ, ਤੇ ਯਿਸੂ ਸਾਡੀ ਗੱਲ ਸੁਣੇਗਾ। ਕਰੋਨਾ ਵਾਇਰਸ ਨੂੰ ਝਿੜਕੀਏ, ਤੇ ਕਰੋਨਾ ਵਾਇਰਸ ਨੂੰ ਯਿਸੂ ਦੇ ਨਾਮ ਤੋਂ ਝਿੜਕੀਏ ਤੇ ਉਹ ਸ਼ਿਫਾ ਦੇਗਾ। ਲੇਕਿਨ ਪਹਿਲੀ ਗੱਲ ਤੇ ਗੱਲ ਯਾਦ ਰੱਖਣੀ ਹੈ, ਯਿਸੂ ਦੇ ਸ਼ਾਗਿਰਦਾਂ ਯਿਸੂ ਦੀ ਗੱਲ ਨੂੰ ਮੰਨਿਆ। ਤੁਹਾਂ ਵੀ ਯਿਸੂ ਦੀ ਗੱਲ ਨੂੰ ਮੰਨਣਾ। ਤੇ ਯਿਸੂ ਸਾਨੂੰ ਇਹ ਕਹਿੰਦਾ ਕਿ ਇhtiyat ਵੀ ਕਰਨੀ ਹੈ, ਹੁਸ਼ਿਆਰ ਵੀ ਹੋਣਾ ਹੈ। ਨਹੀਂ ਮਤਲਬ ਕਿਸੇ ਕੇ ਝਿੜਕਣੇ ਆਪਾਂ ਜੋ ਮਰਜ਼ੀ ਕਰੀ ਜਾਈਏ। ਇਹ ਵੀ ਬੜੀ ਅਹਿਮ ਗੱਲ ਹੈ ਇੱਥੇ। ਹਾਂਜੀ, ਫਿਰ ਕੀ ਹੋ ਗਿਆ ਸੀ? ਇਹ ਅਮਨ ਹੋ ਗਿਆ ਜੀ। ਫਿਤਰਤ ਥੰਮ ਗਈ, ਪਾਣੀ ਥੰਮ ਗਿਆ, ਹਵਾ ਥੰਮ ਗਈ, ਤੇ ਕੀ ਹੋ ਗਿਆ? ਅਮਨ ਹੋ ਗਿਆ। ਬੜੀ ਖੂਬਸੂਰਤ ਗੱਲ ਪੜ੍ਹਨੇ ਅਸੀਂ। ਫਿਰ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਆਖਿਆ? ਕੀ ਮੰਨਿਆ ਅਸੀਂ? ਅੱਗੇ ਵੇਖੋ ਜੀ ਕਿ ਆ 54 ਦੇ ਥੋੜੇ। ਫਿਰ ਯਿਸੂ ਨੇ ਉਹਨਾਂ ਨੂੰ ਆਖਿਆ, ਕਿੱਥੇ ਹੈ ਤੁਹਾਡਾ ਵਿਸ਼ਵਾਸ? ਚੇਲੇ ਡਰ ਗਏ ਤੇ ਹੈਰਾਨ ਸਨ। ਉਹਨਾਂ ਇੱਕ ਦੂਸਰੇ ਨੂੰ ਆਖਿਆ, ਇਹ ਕੌਣ ਮਨੁੱਖ ਹੈ ਜੋ ਹਵਾ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਨੂੰ ਮੰਨਦੇ ਹਨ? ਗੱਲ ਸੁਣੋ ਜੀ, ਕੀ ਲਿਖਿਆ ਕਿ ਯਿਸੂ ਨੇ ਫਿਰ ਆਪਣੇ ਸ਼ਾਗਿਰਦਾਂ ਨੂੰ ਮੁੜਿਆ, ਉਹਨੂੰ ਕਿਹਾ ਈਮਾਨ ਨੂੰ ਮਜ਼ਬੂਤ ਕਰ ਲਓ ਤੇ ਈਮਾਨ ਨੂੰ ਕਾਇਮ ਕਰ ਲਓ, ਹੈ ਨਾ। ਲਿਖਿਆ ਈਮਾਨ ਨੂੰ ਮਜ਼ਬੂਤ ਕਰ ਲਓ ਤੇ ਈਮਾਨ ਨੂੰ ਕਾਇਮ ਕਰ ਲਓ। ਕਿੱਥੇ ਵੇ ਤੁਹਾਡਾ ਈਮਾਨ? ਮੈਂ ਹੁਣ ਆਪਣੇ ਦੋਸਤਾਂ ਬਾਈ ਗੋਲਡਨ ਫਾਦਰ ਨੂੰ ਤੇ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਗੱਲ ਦੱਸਣਾ ਚਾਹੁੰਦਾ ਵਾਂ ਕਿ ਸਾਡਾ ਈਮਾਨ ਹੁਣ ਕਿੱਥੇ ਵੇ। ਆਈਏ ਅਸੀਂ ਮਜ਼ਬੂਤ ਕਰੀਏ, ਇਹਨਾਂ ਹਾਲਾਤ ਤੋਂ ਘਬਰਾਈਏ ਨਹੀਂ ਹੈ। ਇਹਨਾਂ ਹਾਲਾਤ ਦੀ ਈਮਾਨ ਨੂੰ ਮਜ਼ਬੂਤ ਕਰਕੇ ਤੇ ਈਮਾਨ ਨੂੰ ਕਾਇਮ ਕਰਕੇ ਤੇ ਯਿਸੂ ਦੇ ਵਿੱਚ ਕਾਇਮ ਰਹੀਏ। ਤੇ ਫਿਰ ਕੀ ਹੋਏਗਾ? ਫਿਰ ਲਿਖਿਆ ਹੈ ਕਿ ਯਿਸੂ ਸਾਡੇ ਵਾਸਤੇ ਬੜੇ ਕੰਮ ਕਰੇਗਾ, ਸਾਡੀ ਜਾਨ ਨੂੰ ਬਖਸ਼ੇਗਾ, ਸਾਨੂੰ ਬਚਾ ਲੇਗਾ। ਤੇ ਹਵਾ ਤੇ ਪਾਣੀ ਜੇ ਉਹਦਾ ਹੁਕਮ ਮੰਨਦੇ ਨੇ ਤੇ ਸਾਨੂੰ ਵੀ ਉਹਦਾ ਹੁਕਮ ਮੰਨਣ ਦੀ ਜ਼ਰੂਰਤ ਹੈ, ਕਾਇਮ ਰਹਿਣ ਦੀ ਜ਼ਰੂਰਤ ਹੈ। ਫਿਤਰਤ ਯਿਸੂ ਨੇ ਪੈਦਾ ਕੀਤੀ ਹੈ ਤੇ ਫਿਤਰਤ ਦੇ ਕੰਮ ਦੇ ਵਿੱਚ ਜਿਹੜਾ ਖਲਲ ਆਉਂਦਾ ਹੈ ਉਹਨੂੰ ਰੋਕਣ ਦਾ ਵੀ ਯਿਸੂ ਇਖਤਿਆਰ ਰੱਖਦਾ ਹੈ। ਯਿਸੂ ਇਸ ਕਰੋਨਾ ਵਾਇਰਸ ਨੂੰ ਤੁਹਾਡੀ ਜ਼ਿੰਦਗੀ ਤੋਂ ਕੱਢ ਦੇਣ ਦਾ ਵੀ ਇਖਤਿਆਰ ਰੱਖਦਾ ਹੈ ਤੇ ਇਸ ਫਜ਼ਾ ਨੂੰ ਵੀ ਪਾਕ ਸਾਫ਼ ਕਰਨ ਦੀ ਕੁਦਰਤ ਰੱਖਦਾ ਹੈ ਨਾ। ਯਿਸੂ ਤੁਹਾਨੂੰ ਸ਼ਿਫਾ ਦੇਣਾ ਚਾਹੁੰਦਾ ਹੈ। ਲੇਕਿਨ ਗੱਲ ਇਹ ਨਾ ਸੋਚੋ ਕਿ ਸਾਨੂੰ ਬੇਇਹਤਿਆਤੀ ਕਰਨੀ ਹੈ। ਮੈਂ ਫਿਰ ਯਾਦ ਦਿਲਾਉਣਾ ਚਾਹੁੰਦਾ, ਸਾਨੂੰ ਕਲਾਮੇ ਮੁਕੱਦਸ ਲਿਆ ਹੈ ਕੱਲਿਆਂ ਵੀ ਰਹਿਣ ਦੀ ਜ਼ਰੂਰਤ ਹੈ। ਸਾਨੂੰ ਇਹ ਸਾਡੇ ਈਮਾਨ ਨੂੰ ਖਰਾਬ ਨਹੀਂ ਕਰਦਾ ਪਿਆ। ਸਾਨੂੰ ਦੂਰਿਆਂ ਤੋਂ ਦੂਜਿਆਂ ਤੋਂ ਦੂਰ ਹੋਣ ਦੇ ਵੀ ਥੋੜੀ ਦੂਰ ਹੈ, ਤਾਂ ਕਿ ਯਿਸੂ ਜਦੋਂ ਸਫਾਈ ਦਾ ਕੰਮ ਕਰਦਾ ਪਿਆ ਤੇ ਜਿਵੇਂ ਉਹ ਕਿਹਾ ਕਿ ਆਜੋ ਪਬਲਿਕ ਤੋਂ ਦੂਰ ਹੋ ਜਾਓ, ਵੱਖਰੇ ਚਲੇ ਜਾਈਏ, ਮੁਸੀਬਤ ਤੇ ਆ ਗਏ ਆ, ਵੱਖਰੇ ਅਸੀਂ ਚਲੇ ਗਏ ਆ, ਤੇ ਫਿਰ ਵੀ ਯਿਸੂ ਸਾਨੂੰ ਸ਼ਿਫਾ ਦੇਣ ਦੀ ਕੁਦਰਤ ਰੱਖਦਾ। ਆਓ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਤੇ ਯਿਸੂ ਵੱਲ ਮੁੜੀਏ ਤੇ ਯਿਸੂ ਕੋਲ ਆ ਕੇ ਤੋਬਾ ਕਰੀਏ। ਤੇ ਫਿਰ ਇਹ ਸਾਰੀ ਫਿਤਰਤ ਦੀਆਂ ਜਿੰਨੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਡਰਾ ਰਹੀਆਂ ਨੇ, ਖੌਫ ਦਿਲਾ ਰਹੀਆਂ ਨੇ, ਇਹ ਸਾਨੂੰ ਤਿਆਰ ਕਰ ਰਹੀਆਂ ਨੇ ਈਮਾਨ ਵਿੱਚ ਕਾਇਮ ਰਹੀਏ, ਹੈ ਨਾ। ਕੀ ਆਂਦੇ ਹੋ? ਠੀਕ ਹੈ ਜੀ, ਈਮਾਨ ਦੇ ਵਿੱਚ ਕਾਇਮ ਰਹੇ। ਤੁਸੀਂ ਕੀ ਆਖੋਗੇ? ਮੈਂ ਕੁਝ ਇੱਥੇ ਐਡ ਕਰਨਾ ਚਾਹੁੰਦਾ। ਜਿਸ ਤਰ੍ਹਾਂ ਅੱਜ ਕਹਿ ਰਹੇ ਹੈਗੇ ਕਿ ਵੀ ਆਪਣੇ ਆਪ ਨੂੰ ਆਈਸੋਲੇਟ ਕਰੋ, ਪਰ ਮੈਂ ਜੇ ਅਕੋਰਡਿੰਗ ਟੂ ਬਾਈਬਲ ਚੱਲਾਂ ਤੇ ਇਹ ਆਈਸੋਲੇਟ ਕਰਨ ਦਾ ਜਿਹੜਾ ਜਰੀਆ ਇਹ ਤਾਂ ਬਾਈਬਲ ਖੁਦ ਦੱਸਦੀ ਹੈ। ਕਿਉਂਕਿ ਯੋਹੰਨਾ ਨੇ ਕਿੰਨੇ ਸਾਲ ਆਪਣੇ ਆਪ ਨੂੰ ਰੈਡੀ ਕੀਤਾ ਸੀਗਾ ਪਰਮੇਸ਼ਵਰ ਦੀ ਆਉਣ ਦੀ ਖੁਸ਼ਖਬਰੀ ਦੱਸਣ ਵਾਸਤੇ। ਉਹਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਜੰਗਲਾਂ ਵਿੱਚ ਇੱਕ ਵੱਡੀ ਖੁਸ਼ਖਬਰੀ ਦੇਣ ਵਾਸਤੇ। ਤੇ ਜੇ ਉਹ ਚੀਜ਼ ਆਈਸੋਲੇਟ ਕਰਨਾ ਆਪਣੇ ਆਪ ਨੂੰ ਕਿਸੇ ਬਿਮਾਰੀ ਤੋਂ ਬਚਣ ਦਾ ਤਰੀਕਾ ਹੈ, ਤੇ ਮੈਂ ਇਹ ਵੀ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਤੇ ਆਪਣੇ ਆਪ ਨੂੰ ਆਈਸੋਲੇਟ ਕਰਕੇ ਘਰੇ ਬਾਈਬਲ ਪੜ੍ਹੀ ਜਾਵੇ। ਇਹ ਸਮਾਂ ਹੈਗਾ ਦੁਆ ਕੀਤੀ ਜਾਵੇ। ਇਹ ਸਮਾਂ ਇਸ ਟਾਈਮ ਐਸਾ ਆਪਣੇ ਉੱਤੇ ਕਿ ਆਪਾਂ ਇੱਕ ਦੂਜੇ ਸਰਕਾਰ ਦੀ ਗੱਲ ਮੰਨੋ,
ਜੋ ਵੀ ਜਿੱਥੇ ਆਪਾਂ ਰਹਿ ਰਹੇ ਖੁਦਾ ਦੇ ਕਲਾਮ ਦੇ ਮੁਤਾਬਕ ਹੈ। ਹਾਂਜੀ ਖੁਦਾ ਦੇ ਕਲਾਮ ਦੇ ਮੈਂ ਮੁਤਾਬਕ ਕਿਹਾ ਕਿ ਆਪਣੀ ਆਲਾ ਹਕੂਮਤ ਤਾਬੇ ਰਹੋ, ਇਹਦੇ ਚ ਤੁਹਾਡੇ ਈਮਾਨ ਨੂੰ ਨਹੀਂ ਡਿਸਟਰਬ ਕਰਦੇ। ਹਾਂਜੀ, ਠੀਕ ਹੈ, ਹਾਂਜੀ। ਲੇਕਿਨ ਤੁਹਾਨੂੰ ਇਹ ਵਕਤ ਹੈ ਕਿ ਤੁਸੀਂ ਮਜ਼ਬੂਤ ਹੋ ਹੋ ਜਾਓ, ਹੈਂ? ਜਾਓ, ਤੇ ਆਮੀਨ। ਯਿਸੂ ਦੇ ਵਿੱਚ ਅੱਗੇ ਵੱਧ ਅੱਗੇ ਸਕੋ, ਵੱਧ ਹੈਂ? ਸਕੋ। ਆਪਣੀ ਜ਼ਿੰਦਗੀ ਨੂੰ ਰੂਹਾਨੀ ਤੌਰ ਤੇ ਹੋਰ ਮਜ਼ਬੂਤ ਕਰ ਲਓ। ਮਜ਼ਬੂਤ ਕਰ ਲਓ। ਤੇ ਇਸ ਚੀਜ਼ ਨੂੰ ਵੀ ਵੇਖੋ ਕਿ ਆਮਦ ਨਜ਼ਦੀਕ ਹੈ ਤੇ ਉਹਦੇ ਨਿਸ਼ਾਨਾਤ ਨੇ, ਹਨਾ। ਆਮੀਨ। ਤੇ ਇਸ ਵਾਸਤੇ ਇਹ ਗੱਲ ਨੂੰ ਮੰਨਣਾ ਤੇ ਉੱਤੇ ਕਾਇਮ ਰਹਿਣਾ ਸਾਡੇ ਵਾਸਤੇ ਜ਼ਰੂਰੀ ਹੈ। ਖੁਦਾਵੰਦ ਤੁਹਾਨੂੰ ਬਰਕਤ ਦੇਵੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਥੋੜੀ ਜਿਹੀ ਦੁਆ ਕਰਕੇ ਫਿਰ ਹਾਂਜੀ, ਦੁਆ ਕਰਾਂਗੇ ਜੀ। ਖੁਦਾਵੰਦ, ਅਸੀਂ ਤੇਰੇ ਮਸ਼ਕੂਰ ਹਾਂ ਤੇਰੇ ਰਹਿਮ ਤੇ ਤੇਰੇ ਫਜ਼ਲ ਵਾਸਤੇ। ਦੁਆ ਕਰਨੇ ਆ ਕਿ ਜਿਹੜੀ ਕੁਦਰਤ ਨਾਲ ਤੂੰ ਹਵਾ ਤੇ ਪਾਣੀ ਨੂੰ ਛਿੜਕਿਆ ਤੇ ਉਹ ਸਾਰੀ ਝੀਲ ਦੇ ਵਿੱਚ ਅਮਨ ਹੋ ਗਿਆ, ਇਸ ਤਰ੍ਹਾਂ ਖੁਦਾਵੰਦਾ ਤੂੰ ਉਸੇ ਕੁਦਰਤ ਦੇ ਨਾਲ ਇਸ ਵਕਤ ਤੂੰ ਕਰੋਨਾ ਵਾਇਰਸ ਨੂੰ ਛਿੜਕ ਦੇ ਤੇ ਤਾਂ ਕਿ ਉਹ ਸਾਰੀ ਫਜ਼ਾ ਦੇ ਵਿੱਚੋਂ ਪਾਕ ਸਾਫ਼ ਹੋ ਜਾਏ, ਯੈਸ ਲਾਰਡ, ਲੋਕਾਂ ਦੀ ਜ਼ਿੰਦਗੀਆਂ ਚੋਂ ਪਾਕ ਸਾਫ਼ ਹੋ ਜਾਏ। ਯੈਸ ਲਾਰਡ, ਖੁਦਾਵੰਦ ਉਸ ਖੌਫ ਤੇ ਹਰਾਸਤ ਨੂੰ ਤੂੰ ਛਿੜਕ ਦੇ ਜਿਹੜੇ ਲੋਕਾਂ ਦੀ ਜ਼ਿੰਦਗੀਆਂ 'ਚ ਜੇ ਡਰ ਨੂੰ ਛਿੜਕ ਦੇ ਤਾਂ ਕਿ ਉਹ ਨਿਕਲ ਜਾਏ ਤੇ ਉਹਨਾਂ ਦਾ ਈਮਾਨ ਤੇਰੇ ਤੇ ਮਜ਼ਬੂਤ ਹੋ ਜਾਏ। ਯੈਸ ਲਾਰਡ, ਮੈਂ ਆਪਣੇ ਰਿਸ਼ਤੇਦਾਰਾਂ ਵਾਸਤੇ, ਆਪਣੇ ਭੈਣ ਭਾਈਆਂ ਵਾਸਤੇ, ਆਪਣੇ ਹਮ ਈਮਾਨਾਂ ਵਾਸਤੇ, ਮੇਰੇ ਨਾਲ ਰਹਿਣ ਵਾਲੇ ਅਜ਼ੀਜ਼ਾਂ ਵਾਸਤੇ, ਆਪਣੇ ਖਾਨਦਾਨਾਂ ਵਾਸਤੇ ਖੁਦਾਵੰਦਾ ਤੇਰੇ ਨਾਲ ਦੁਆ ਕਰਨਾ ਤੇ ਮੈਂ ਆਪਣੇ ਸਾਰੇ ਉਹਨਾਂ ਦੋਸਤਾਂ ਵਾਸਤੇ ਜਿਹੜੇ ਸਾਨੂੰ ਆਨਲਾਈਨ ਸੁਣਦੇ ਨੇ, ਖੁਦਾਵੰਦਾ ਉਹਨਾਂ ਵਾਸਤੇ ਦੁਆ ਕਰਨਾ ਕਿ ਉਹਨਾਂ ਦੀ ਜ਼ਿੰਦਗੀ ਤੇ ਤੂੰ ਖੁਦਾਵੰਦਾ ਆਪਣਾ ਰਹਿਮ ਕਰਕੇ ਤੇ ਕਰੋਨਾ ਨੂੰ ਝਿੜਕ ਦੇ, ਉਹ ਫਜ਼ਾ ਨੂੰ ਸਾਫ਼ ਕਰ ਦੇ ਤੇ ਉਹਨਾਂ ਦੀ ਜ਼ਿੰਦਗੀ 'ਚ ਈਮਾਨ ਦੇ ਨਾਲ ਅਮਨ ਲਿਆਵੇਂ ਤੇ ਸ਼ਿਫਾ ਲਿਆਵੇਂ। ਯਿਸੂ ਮਸੀਹ ਦੇ ਨਾਮ ਦੇ, ਆਮੀਨ।